ਮਜਬੂਰ ਹੋਏਗਾ ਉਹਨੂੰ ਕੰਨਾਂ ਦੇ ਉੱਤੇ ਜੂੰ ਫਿਰ ਵੀ ਹੋਣਾ ਚਾਹੀਦਾ ਹੈ ਕਾਨੂੰਨ ਜਾਂ ਜਨਤਾ ਦਾ ਢਿੱਡ ਵੱਢ ਕੇ ਇੱਕ ਗੁੰਗੀ ਤੇ ਬੋਲੀ ਮਹਿਸੂਸ ਹੋ ਰਹੀ ਫ੍ਰੀ ਸੇਵਾਵਾਂ ਦੇ ਰਿਹਾ ਜੇ ਉਹਦੀ ਜ਼ਮੀਰ ਜਾਗਦੀ ਹੈ ਉਹਦੀ ਕੋਈ ਸੁਣਵਾਈ ਨਹੀਂ ਹੋ ਰਹੀ ਉਤਪੀੜਨ ਕੀਤਾ ਜਾਊ ਕਰਕੇ ਤੁਸੀਂ ਮਜਬੂਰ ਹੋ ਗਏ ਕਹਿਣ ਦੀਆਂ ਗੱਲਾਂ ਦਾ ਵਿੱਚ ਲਾਲਚ ਇਹੋ ਜਿਹੀਆਂ ਫਸਲਾਂ ਤੁਹਾਡੇ ਕੋਲ ਬਜਵਾਉਣ ਫੈਸਲੇ ਸਹੀ ਹੋਏ ਹੁੰਦੇ ਆਧਾਰ ਕਾਰਡ ਚਾਹੀਦਾ ਜੋ ਕਿ ਆਮ ਅਸੀਂ ਬੰਦ ਪੰਜਾਬ ਦੇ ਹਾਲਾਤ ਹੋਣ ਉਹ ਅਸਮਾਨ ਛੂਹਣਗੀਆਂ ਕੋਈ ਵੀ ਇਹਦੇ ਵਿੱਚ ਸੁਰੱਖਿਅਤ ਨਹੀਂ ਬਿੱਲ ਰੱਦ ਕਰਨੇ ਪੈਣਗੇ ਬਿੱਲੀ ਦੇ ਥੱਲੇੋਂ ਬਾਹਰ ਆਉਣ ਵਾਲੀ ਗੱਲ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਬਲਿਕ ਪ੍ਰਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਨਿੱਘਾ ਸਵਾਗਤ ਕਰਦਾ। ਮੈਂ ਕੇਵੀ ਸਿੱਧੂ ਤੇ ਅੱਜ ਅਸੀਂ ਡਾਕਟਰ ਕੰਵਰਦਲੀਪ ਸਿੰਘ ਦੇ ਘਰ ਪਹੁੰਚੇ ਹਾਂ। ਉਹਨਾਂ ਤੋਂ ਸੁਣਾਂਗੇ ਕਿ ਕਿਸਾਨੀ ਸੰਘਰਸ਼ ਦੇ ਨਾਲ ਉਹ ਕਾਫੀ ਟਾਈਮ ਤੋਂ ਜੁੜੇ ਨੇ ਤੇ ਦਿੱਲੀ ਜਾ ਕੇ ਆਏ ਨੇ ਤੇ ਅਸੀਂ ਪੁੱਛਾਂਗੇ ਵੀ ਜਿਹੜੀ ਉਹ ਉੱਥੇ ਸ਼ਿਰਕਤ ਕਰਕੇ ਆਏ ਨੇ ਉਸ ਬਾਰੇ ਉੱਥੇ ਉਹਨਾਂ ਦਾ ਕੀ ਐਕਸਪੀਰੀਅੰਸ ਰਿਹਾ ਤੇ ਇਸ ਟਾਈਮ ਮੋਦੀ ਸਰਕਾਰ ਜੋ ਇਹ ਜ਼ੁਲਮ ਕਰ ਰਹੀ ਹੈ ਜਾਂ ਜ਼ੁਲਮ ਹੀ ਕਹਿ ਸਕਦੇ ਹਾਂ ਆਪਾਂ, ਉਸ ਬਾਰੇ ਕੀ ਵਿਚਾਰ ਹੈ ਤੇ ਮੋਦੀ ਤੇ ਦੂਜੀਆਂ ਜਿਹੜੀਆਂ ਪਾਰਟੀਆਂ ਨੇ ਉਹ ਇਸ ਸੰਘਰਸ਼ ਵਿੱਚ ਕੀ ਆਪਣਾ ਰੋਲ ਨਿਭਾ ਰਹੀਆਂ ਨੇ। ਹਾਂਜੀ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਪਿਛਲੇ ਕਾਫੀ ਟਾਈਮ ਤੋਂ ਜੁੜਿਆ ਹੋਇਆ ਇਸ ਸੰਘਰਸ਼ ਦੇ ਨਾਲ। ਜਦੋਂ ਤੋਂ ਲਗਭਗ ਜਦੋਂ ਆਰਡੀਨੈਂਸ ਦਾ ਰੂਪ ਸੀਗਾ, ਜਦੋਂ ਹਾਲੇ ਬਿੱਲ ਨਹੀਂ ਸੀ ਤਿਆਰ ਹੋਏ, ਉਸ ਤੋਂ ਬਾਅਦ ਉਸ ਟਾਈਮ ਤੋਂ ਇਹ ਸੰਘਰਸ਼ ਚੱਲ ਰਿਹਾ, ਜਾਰੀ ਆ। ਪਹਿਲਾਂ ਛੋਟੇ ਲੈਵਲ 'ਤੇ ਸੀ, ਕੁਛ DC ਦਫ਼ਤਰਾਂ ਦਾ ਘਿਰਾਓ ਕੀਤੇ ਗਏ, ਮੰਗ ਪੱਤਰ ਦਿੱਤੇ ਗਏ, ਜੇਲ੍ਹ ਭਰੋ ਅੰਦੋਲਨ ਚਲਾਇਆ ਗਿਆ। ਉਸ ਤੋਂ ਬਾਅਦ ਵਿੱਚ ਜਦੋਂ ਇਹਨਾਂ ਸਭ ਕਾਹੇ ਨਾਲ ਕੁਛ ਫਰਕ ਨਹੀਂ ਪੈਂਦਾ ਦਿਖਿਆ ਸਰਕਾਰ ਨੂੰ, ਫਿਰ ਅਸੀਂ ਇਹ ਫੈਸਲਾ ਕੀਤਾ ਕਿ ਜਿਹੜੀਆਂ ਚੀਜ਼ਾਂ ਦੇ ਨਾਲ ਸਰਕਾਰ ਨੂੰ ਕੁਛ ਫਰਕ ਪਵੇ, ਜਿਵੇਂ ਚੌਂਕ ਜਾਮ ਕੀਤੇ ਜਾਣ, ਪੁਲ ਜਾਮ ਕੀਤੇ ਗਏ। ਉਸ ਤੋਂ ਬਾਅਦ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਹੋਇਆਂ ਅਸੀਂ ਰੇਲਵੇ ਟਰੈਕ ਜਾਮ ਕੀਤੇ 24 ਸਤੰਬਰ ਤੋਂ ਰੇਲਵੇ ਟਰੈਕ ਜਿਹੜੇ ਜਾਮ ਕੀਤੇ ਸੀਗੇ ਦੇਵੀਦਾਸਪੁਰੇ ਜੰਡਿਆਲਾ ਗੁਰੂ, ਜਿਹੜਾ ਹੁਣ ਧਰਨਾ ਚੱਲ ਰਿਹਾ, ਉਹ ਦਿੱਲੀ ਦੇ ਨਾਲ ਜੋ ਸੰਘਰਸ਼ ਚੱਲ ਰਿਹਾ ਸਾਡੀ ਜਥੇਬੰਦੀ ਵੱਲੋਂ, ਉਹ ਨਾਲ ਦੀ ਨਾਲ ਅੱਜ ਵੀ ਇੱਥੇ ਜਾਰੀ ਹੈ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਦੇ ਉੱਤੇ। ਉਹਨੂੰ ਮੱਦੇਨਜ਼ਰ ਰੱਖਦੇ ਦੇਖਦੇ ਹੋਏ ਜਦੋਂ ਸਰਕਾਰ ਦੇ ਕੰਨਾਂ ਦੇ ਉੱਤੇ ਜੂੰ ਫਿਰ ਵੀ ਨਹੀਂ ਸਰਕੀ, ਤੇ ਫਿਰ ਸਾਡੀ ਜਥੇਬੰਦੀ ਨੇ ਬਾਕੀ ਜਿਹੜੀਆਂ ਭਰਾਤਰੀ ਜਥੇਬੰਦੀਆਂ ਸਾਡੀਆਂ ਬਾਕੀ ਕੰਮ ਕਰ ਰਹੀਆਂ ਨੇ, 32 ਜਥੇਬੰਦੀਆਂ ਪੰਜਾਬ ਦੀਆਂ, ਉਹਨਾਂ ਦੇ ਨਾਲ ਅਸੀਂ ਵੀ ਇਹ ਚੀਜ਼ ਫੈਸਲਾ ਕੀਤਾ ਕਿ ਸਾਨੂੰ ਦਿੱਲੀ ਵੱਲ ਕੂਚ ਕਰਨਾ ਚਾਹੀਦਾ, ਤੇ ਤਾਂ ਜੋ ਆਪਾਂ ਜਿਹੜੀ ਸਰਕਾਰ ਬਿਲਕੁਲ ਗੁੰਗੀ ਤੇ ਬੋਲੀ ਮਹਿਸੂਸ ਹੋ ਰਹੀ ਹੈ ਲੋਕਾਂ ਨੂੰ, ਉਹਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾਈ ਜਾਵੇ, ਉਹਦੇ ਨੱਕ ਦੇ ਵਿੱਚ ਦਮ ਕੀਤਾ ਜਾਵੇ, ਉਹਨੂੰ ਪਤਾ ਲਗਾਇਆ ਜਾ ਸਕੇ ਕਿ ਜਨਤਾ ਤੰਗ ਆ, ਜਨਤਾ ਦੇ ਹਿੱਤਾਂ ਦੇ ਵਿੱਚ ਕਾਨੂੰਨ ਨਹੀਂ ਹੈਗੇ। ਤੇ ਇਸ ਚੀਜ਼ ਕਰਕੇ ਸਾਰੀਆਂ ਇਹਨਾਂ ਨੂੰ ਅੰਜਾਮ ਦੇਣ ਵਾਸਤੇ ਅਸੀਂ ਸਾਰਾ ਫਿਰ ਇੱਥੋਂ 27 ਤਰੀਕ ਨੂੰ ਲੈ ਕੇ ਅਸੀਂ ਕਾਫਲਾ ਲਗਭਗ 100 ਦੇ ਲਗਭਗ ਟਰਾਲੀਆਂ ਸੀ, ਹੋਰ ਵਹੀਕਲ ਸੀਗੇ, ਉਹਨਾਂ ਨੂੰ ਲੈ ਕੇ ਅਸੀਂ ਚੱਲੇ। ਅਸੀਂ ਜਾ ਕੇ ਫਿਰ ਸਿੰਘੂ ਬਾਰਡਰ ਜਾ ਕੇ ਅਸੀਂ ਰਸਤੇ ਦੇ ਵਿੱਚ ਜਾਂਦਿਆਂ ਸਟ੍ਰੈਟਜੀ ਬਣਾਉਂਦੇ ਰਹੇ, ਪਲਾਨ ਬਣਾਉਂਦੇ ਰਹੇ। ਰਾਤ ਜਾ ਕੇ ਰੇਕੀ ਕੀਤੀ, ਨਵੇਂ ਰਸਤੇ ਲੱਭੇ ਇੱਥੋਂ ਤੱਕ ਪਹੁੰਚਣ ਲਈ, ਕਿਉਂਕਿ ਬਾਕੀ ਤੇ ਬੈਰੀਕੇਡਿੰਗ ਜ਼ਿਆਦਾ ਹੈਵੀ ਕੀਤੀ ਹੋਈ ਸੀ ਸਰਕਾਰ ਨੇ, ਤੇ ਰਸਤੇ 'ਚ ਕੁਛ ਟੋਏ ਪੁੱਟੇ ਹੋਏ ਸੀ। ਬਾਕੀ ਕੁਛ ਇੱਕ ਬੈਰੀਕੇਡ ਨੂੰ ਪਾਰ ਕਰਦੇ ਹੋਏ ਅਸੀਂ ਫਿਰ ਉੱਥੇ ਸਿੰਘੂ ਬਾਰਡਰ ਦੇ ਉੱਤੇ ਜਾ ਕੇ, ਜੋ ਮੇਨ ਸਿੰਘੂ ਬਾਰਡਰ ਹੈ, ਉੱਥੇ ਫਿਰ ਜਾ ਕੇ ਅਸੀਂ ਆਪਣਾ ਉਹਦੇ ਕਬਜ਼ਾ ਕੀਤਾ। ਜਿਹੜੀ ਟ੍ਰੈਫਿਕ ਸਾਰੀ ਉੱਧਰੋਂ ਬਾਈਪਾਸ ਕੀਤੀ ਜਾ ਰਹੀ ਸੀ, ਉਹ ਟ੍ਰੈਫਿਕ ਫਿਰ ਰੁਕੀ। ਉਹ ਰੁਕਣ ਤੋਂ ਬਾਅਦ ਵਿੱਚ ਜਿਹੜੀ ਸਰਕਾਰ ਨੇ 3 ਤਰੀਕ ਦਾ ਟਾਈਮ ਦਿੱਤਾ ਸੀ ਮੀਟਿੰਗ ਵਾਸਤੇ, ਸਰਕਾਰ ਦੇ ਨੱਕ 'ਚ ਦਮ ਹੋਇਆ। ਸਰਕਾਰ ਨੇ 3 ਦੀ ਬਜਾਏ ਫਿਰ 1 ਤਰੀਕ ਨੂੰ ਜਿਹੜੀ ਆਪਣੀ ਮੀਟਿੰਗ ਆ ਉਹ ਬੁਲਾਉਣਾ ਮੁਨਾਸਬ ਸਮਝਿਆ। ਤੇ ਰਹੀ ਗੱਲ ਮੇਰੇ ਸੰਘਰਸ਼ ਦੇ ਨਾਲ ਜੁੜਨ ਦੀ ਕਿ ਮੈਂ ਜੁੜਿਆ ਕਿਵੇਂ, ਮੇਰੇ ਕੁਛ ਹੈਗੇ ਨੇ ਉਹ ਖਾਸ ਹੈਗੇ ਸੀਗੇ, ਸੱਜਣ ਮਿੱਤਰ ਸੀਗੇ ਜਿਹੜੇ ਸੰਘਰਸ਼ ਦੇ ਨਾਲ ਇਸ ਆਪਣੀ ਕਮੇਟੀ ਦੇ ਨਾਲ ਜੁੜੇ ਹੋਏ ਸੀਗੇ ਕਾਫੀ ਦੇਰ ਤੋਂ। ਉਹਨਾਂ ਨੇ ਮੈਨੂੰ ਪ੍ਰਭਾਵਿਤ ਕੀਤਾ, ਇਸ ਚੀਜ਼ ਬਾਰੇ ਮੋਟੀਵੇਟ ਕੀਤਾ ਕਿ ਤੁਹਾਨੂੰ ਵੀ ਇਸ ਚੀਜ਼ ਵੱਲ ਆਉਣਾ ਚਾਹੀਦਾ। ਮੈਂ ਇੱਕ ਮੈਡੀਕਲ ਪ੍ਰੋਫੈਸ਼ਨਲ ਹੋਣ ਨਾਤੇ ਮੈਂ ਆਪਣੀਆਂ ਫ੍ਰੀ ਸੇਵਾਵਾਂ ਦੇ ਰਿਹਾ। ਜਦੋਂ ਤੋਂ 24 ਤਰੀਕ ਤੋਂ ਸੰਘਰਸ਼ ਚੱਲ ਰਿਹਾ ਇੱਥੇ ਆਪਣੇ ਗਹਿਰੀ ਮੰਡੀ ਸੰਘਰਸ਼ ਜੋ ਚੱਲ ਰਿਹਾ, ਤੇ ਮੈਂ ਆਪਣਾ ਅੱਜ ਤੋਂ ਉਸ ਦਿਨ ਤੋਂ ਲੈ ਕੇ ਅੱਜ ਤੱਕ ਜਿਹੜੀ ਆਪਣੀ ਜੋ ਮੈਡੀਕਲ ਫੈਸਿਲਿਟੀ ਆ ਸਾਰੀ ਆਪਣੇ ਕੋਲੋਂ ਫ੍ਰੀ ਆਫ ਕਾਸਟ ਉੱਥੇ ਸੇਵਾ ਦੇ ਰੂਪ ਦੇ ਵਿੱਚ ਮੈਂ ਕਰਕੇ, ਤੇ ਜੋ ਮੇਰਾ ਇਹਨਾਂ ਪ੍ਰਤੀ ਸਾਡੇ ਸਮਾਜ ਪ੍ਰਤੀ ਫਰਜ਼ ਬਣਦਾ ਮੈਂ ਉਹ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ ਜੀ। ਤੁਸੀਂ ਡਾਕਟਰੀ ਪੇਸ਼ੇ ਨਾਲ ਜੁੜੇ ਹੋ ਤੇ ਕਿਸਾਨ ਸੰਘਰਸ਼ ਨਾਲ ਵੀ ਤੁਸੀਂ ਜੁੜਨਾ ਚਾਹਿਆ, ਤੇ ਤੁਹਾਨੂੰ ਇਸ ਬਾਰੇ ਕਿੱਥੋਂ ਪ੍ਰੇਰਨਾ ਮਿਲੀ ਆ, ਜਾਂ ਇਸ ਬਾਰੇ ਕਿੰਨਾ ਕੁ ਜਾਣਦੇ ਹੋ? ਜੋ ਅਸੀਂ ਕਾਲੇ ਕਾਨੂੰਨ ਕਹਿ ਰਹੇ ਨੇ, ਹਰ ਕੋਈ ਕਹਿੰਦਾ ਕਾਲੇ ਕਾਨੂੰਨ ਹੈ, ਮਤਲਬ ਤੁਸੀਂ ਆਮ ਜਨਤਾ ਨੂੰ ਇਹ ਦੱਸਣਾ ਕਰੋ ਵੀ ਕਾਲੇ ਕਾਨੂੰਨ ਕਿਸ ਤਰ੍ਹਾਂ ਕਾਲੇ ਨੇ। ਦੇਖੋ ਜੀ, ਜਿਹੜੀ ਪ੍ਰੇਰਨਾ ਮਿਲਦੀ ਹੈ, ਪ੍ਰੇਰਨਾ ਦੇ ਜੋ ਵੀ ਸਮਾਜ ਦਾ ਅੰਗ ਆ, ਜੇ ਉਹਦੀ ਜ਼ਮੀਰ ਜਾਗਦੀ ਹੈ ਤੇ ਉਹਦਾ ਜ਼ਮੀਰ ਉਹਦੇ ਵਾਸਤੇ ਕਾਫੀ ਤਗੜੀ ਪ੍ਰੇਰਨਾ ਹੈ ਕਿ ਉਹਦਾ ਜ਼ਮੀਰ ਉਹਨੂੰ ਕਹੇਗਾ ਕਿ ਇੱਥੇ ਜੇ ਕੁਛ ਗਲਤ ਹੋ ਰਿਹਾ ਸਾਡੇ ਸਮਾਜ ਨਾਲ, ਤੇ ਉਹਦੇ ਵਿਰੁੱਧ ਕੁਛ ਲੋਕਾਂ ਦਾ ਕੋਈ ਲੋਕੀ ਉੱਠ ਕੇ ਖੜ ਰਹੇ ਆ, ਤੇ ਤੁਹਾਨੂੰ ਉਹਦੇ ਨਾਲ ਖੜਨਾ ਚਾਹੀਦਾ। ਇਹਦੇ ਵਿੱਚ ਬਾਹਰੋਂ ਪ੍ਰੇਰਨਾ ਮਿਲਣ ਨਾਲੋਂ ਤੁਹਾਨੂੰ ਅੰਦਰੋਂ ਪ੍ਰੇਰਨਾ ਮਿਲੇ, ਤੇ ਫਿਰ ਤੁਸੀਂ ਇੱਕ ਵਧੀਆ ਇਮਾਨਦਾਰੀ ਦੇ ਨਾਲ ਉਹਦੇ ਵਿੱਚ ਸ਼ਿਰਕਤ ਕਰ ਸਕਦੇ ਆ, ਆਪਣਾ ਰੋਲ ਅਦਾ ਕਰ ਸਕਦੇ ਜੀ। ਰਹੀ ਗੱਲ ਇਹਨਾਂ ਜੋ
ਪਹਿਲਾਂ ਤੇ ਬਿੱਲ ਸੀ ਜੋ ਹੁਣ ਕਾਨੂੰਨ ਦਾ ਰੂਪ ਲੈ ਚੁੱਕੇ ਆ ਰਾਸ਼ਟਰਪਤੀ ਦੇ ਮੋਹਰ ਲੱਗਣ ਤੋਂ ਬਾਅਦ ਵਿੱਚ। ਉਹਨਾਂ ਕਾਨੂੰਨਾਂ ਬਾਰੇ ਜਿੰਨਾ ਅਸੀਂ ਸੋਚਦੇ ਹਾਂ ਕਿ ਜਿੰਨੇ ਖਤਰਨਾਕ ਨੇ, ਜਿੰਨਾ ਇੱਕ ਆਮ ਬੰਦਾ ਸੋਚਦਾ ਉਹਦੇ ਨਾਲੋਂ ਉਹ ਕਿਤੇ ਹੱਦ ਦਰਜੇ ਖਤਰਨਾਕ ਨੇ। ਜਿਹੜਾ ਪਹਿਲਾ ਆਉਂਦਾ ਆ ਫਾਰਮਰ ਪ੍ਰੋਡਿਊਸ ਐਂਡ ਟ੍ਰੇਡ ਕਮਰਸ ਬਿੱਲ, ਉਹਦੇ ਐਕਟ ਆਇਆ ਜਿਹੜਾ, ਉਹਦੇ ਵਿੱਚ ਤੁਸੀਂ ਇਹ ਚੀਜ਼ਾਂ ਦੇਖੋਗੇ ਕਿ ਫਸਲ ਜੋ ਪੈਦਾਵਾਰ ਆ ਉਹਦੇ ਨਾਲ ਸੰਬੰਧਿਤ ਆ, ਜੋ ਕੰਟਰੈਕਟ ਬੇਸ ਖੇਤੀ ਹੋਏਗੀ ਉਹਦੇ ਵਿੱਚ ਜੋ ਜਿਹੜਾ ਵੀ ਸਾਨੂੰ ਕੰਪਨੀ ਦੇ ਨਾਲ, ਜਿਵੇਂ ਅੱਜ ਟਮਾਟਰ ਦੀ ਖੇਤੀ ਕਰਵਾਉਂਦੇ ਸੀਗੇ, ਅੱਜ ਸਾਨੂੰ ਪਤਾ ਕਿ ਟਮਾਟਰ ਵਾਲੇ ਜਿਹੜੇ ਟਮਾਟਰ ਦੇ ਕਾਸ਼ਤਕਾਰ ਆ, ਉਹਨਾਂ ਦੇ ਜੋ ਬਕਾਏ ਆ ਉਹ ਫਸੇ ਹੋਏ ਆ ਕੰਪਨੀਆਂ ਦੇ ਕੋਲ। ਅੱਜ ਜੋ ਗੰਨੇ ਦੀ ਕਾਸ਼ਤ ਕਰਵਾਉਂਦੀਆਂ ਕੁਛ ਕੰਪਨੀਆਂ ਕੰਟਰੈਕਟ ਦੇ ਉੱਤੇ, ਉਹਨਾਂ ਦੇ ਪੈਸੇ ਕਿੰਨੇ ਲੰਬਿਆਂ ਸਾਲਾਂ ਤੋਂ ਫਸੇ ਹੋਏ ਆ, ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਸੇ ਤਰੀਕੇ ਦੇ ਨਾਲ ਇਹ ਜੋ ਨਵੀਂ ਚੀਜ਼ ਲੈ ਕੇ ਆਂਦੀ ਆ, ਇਹ ਆਮ ਫਸਲ ਦੇ ਵਿੱਚ ਵੀ ਨਿੱਤ ਬੀਜੀ ਜਾਣ ਵਾਲੀ, ਜਿਵੇਂ ਆਲੂਆਂ ਦੇ ਵਿੱਚ, ਕਿਸੇ ਵੀ ਚੀਜ਼ ਦੇ ਵਿੱਚ, ਹਰ ਇੱਕ ਫਸਲ ਦੇ ਵਿੱਚ ਇਹ ਚੀਜ਼ ਲਾਗੂ ਹੋਊਗੀ। ਉਸੇ ਤਰੀਕੇ ਨਾਲ ਕਿਸਾਨ ਹੈ ਜਿਹੜਾ, ਉਹਦੇ ਉਤਪੀੜਨ ਕੀਤਾ ਜਾਊਗਾ। ਜੇ ਸਰਕਾਰ ਨੇ, ਜਿਹੜੇ ਕੰਪਨੀ ਨੇ ਤੁਹਾਨੂੰ ਫਸਲ ਬੀਜਣ ਲਈ ਕਹਿੰਦੀ ਆ, ਜੇ ਉਸ ਕੈਲੀਬਰ ਦੀ, ਉਸ ਗ੍ਰੇਡ ਦੀ ਫਸਲ ਤੁਸੀਂ ਉਹਨੂੰ ਨਹੀਂ ਦੇ ਪਾਉਂਦੇ, ਉਹ ਫਿਰ ਤੁਹਾਨੂੰ ਤੁਹਾਡੇ ਜਿਹੜੇ ਕੰਟਰੈਕਟ ਦੇ ਵਿੱਚ ਤੁਹਾਡਾ ਫਸਲ ਦਾ ਮੁੱਲ ਤੈਅ ਹੋਣਾ, ਉਹ ਜਿਹੜਾ ਤੁਹਾਡਾ ਕੰਟਰੈਕਟਰ ਹੋਏਗਾ ਉਹ ਮੁੱਲ ਦੇਣ ਦਾ ਤੁਹਾਨੂੰ ਬਾध्य ਨਹੀਂ ਹੋਊਗਾ। ਫਿਰ ਉਹ ਤੁਹਾਨੂੰ ਇਹ ਗੱਲ ਕਹਿ ਸਕਦਾ ਕਿ ਤੁਹਾਡੀ ਜਿਹੜੀ ਫਸਲ ਆ ਉਹ ਇਸ ਕੁਆਲਿਟੀ ਨੂੰ, ਮੇਰੀਆਂ ਸ਼ਰਤਾਂ ਨੂੰ ਪੂਰੀਆਂ ਨਹੀਂ ਕਰਦੀ, ਤੁਸੀਂ ਮੈਨੂੰ ਇਸ ਰੇਟ 'ਤੇ, ਮੈਂ ਦੀ ਗੱਲ ਹੋਈ ਸੀ ਇਸ ਕਰਕੇ ਮੈਂ ਇਹ ਰੇਟ ਨਹੀਂ ਦੇ ਰਿਹਾ, ਤੁਸੀਂ ਇਹ ਰੇਟ ਲੈਣਾ ਚਾਹੋ ਇੰਨਾ ਘੱਟ ਤੇ ਲੈ ਸਕਦੇ, ਨਹੀਂ ਤਾਂ ਤੁਸੀਂ ਆਪਣੀ ਫਸਲ ਲਿਜਾ ਕੇ ਜਿੱਥੇ ਮਰਜ਼ੀ ਸੁੱਟ ਸਕਦੇ। ਕਿਸਾਨ ਮਜਬੂਰ ਹੋਏਗਾ ਉਹਨੂੰ ਉਹ ਫਸਲ ਦੇਣ ਵਾਸਤੇ, ਕਿਉਂਕਿ ਇਹੋ ਜਿਹੀਆਂ ਫਸਲਾਂ ਤੁਹਾਡੇ ਕੋਲ ਬਿਜਵਾਉਣਗੇ ਜਿਨ੍ਹਾਂ ਦੀ ਮਾਰਕੀਟਿੰਗ ਪੰਜਾਬ ਦੇ ਵਿੱਚ ਨਹੀਂ ਹੋਊਗੀ, ਉਹ ਮਾਰਕੀਟਿੰਗ ਬਾਹਰ ਹੋਏਗੀ। ਜਦ ਕਿ ਪੰਜਾਬ ਦੇ ਵਿੱਚ ਜਦੋਂ ਦੀ ਮਾਰਕੀਟ ਨਹੀਂ ਹੈਗੀ, ਤੁਸੀਂ ਆਪਣੇ ਤੌਰ 'ਤੇ ਉਹਨੂੰ ਵੇਚ ਨਹੀਂ ਸਕਦੇ। ਇਸ ਚੀਜ਼ ਕਰਕੇ ਤੁਸੀਂ ਮਜਬੂਰ ਹੋਗੇ ਕਿ ਉਹਨਾਂ ਨੂੰ ਤੁਸੀਂ ਚੀਜ਼ ਦਿਓਗੇ ਤੇ ਆਪਣੇ ਉਹਨਾਂ ਦੇ ਮੰਗੇ ਕਹੇ ਮੁੱਲ ਦੇ ਉੱਤੇ ਹੀ ਤੁਸੀਂ ਉਹਨਾਂ ਨੂੰ ਚੀਜ਼ ਦੇਣੀ ਪਏਗੀ। ਜਿਹੜੀ ਦੂਸਰੀ ਗੱਲ ਹੁੰਦੀ ਹੈ ਜਿਹਦੇ ਵਿੱਚ ਮੰਡੀ ਐਕਟ ਨੂੰ ਖਤਰਾ ਆ। ਮੰਡੀ ਐਕਟ ਹੁਣ ਕੀ ਸਰਕਾਰ ਕਹਿ ਰਹੀ ਆ ਕਿ ਜਿਹੜੀ ਹੈਗੀ ਆ ਆਪਣਾ MSP ਉਹ ਖਤਮ ਨਹੀਂ ਹੋਏਗੀ, ਅਸੀਂ ਲਿਖਤੀ ਰੂਪ ਵਿੱਚ ਨਹੀਂ ਦੇ ਸਕਦੇ ਪਰ ਮੂੰਹ ਤੋਂ ਕਹਿ ਰਹੇ ਹਾਂ। ਸਰਕਾਰ ਨੇ ਤਾਂ ਮੂੰਹ ਤੋਂ ਕਹਿਣ ਦੀਆਂ ਗੱਲਾਂ ਦਾ ਵਿਸ਼ਵਾਸ ਤਾਂ ਕਰਦੇ ਜੇ ਪਹਿਲਾਂ ਸਰਕਾਰ ਦੇ ਫੈਸਲੇ ਸਹੀ ਹੋਏ ਹੁੰਦੇ, ਭਾਵੇਂ ਨੋਟਬੰਦੀ ਸੀ, ਭਾਵੇਂ GST ਸੀ, ਭਾਵੇਂ 370 ਹਟਾਉਣਾ ਸੀ, ਸਰਕਾਰ ਦਾ ਇੱਕ ਵੀ ਫੈਸਲਾ ਅੱਜ ਤੱਕ ਅਸੀਂ ਦੇਖੀਏ ਇਤਿਹਾਸ ਤੇ ਕਾਮਯਾਬ ਨਹੀਂ ਹੋਇਆ, ਝੂਠ ਦੀ ਪੰਡ ਨਿਕਲਿਆ। ਇਹੀ ਫੈਸਲਾ MSP ਦੇ ਵੀ ਐਵੇਂ ਦਾ ਹੀ ਕੁਛ ਨਿਕਲਣਾ, ਕਿਉਂਕਿ ਜਦੋਂ ਕਿਸਾਨ ਨੇ ਇੱਦਾਂ ਕੰਮ ਸ਼ੁਰੂ ਕੀਤਾ ਕਿ ਫਸਲ ਆਪਣੀ ਮੰਡੀ 'ਚ ਲਿਜਾਣੀ ਸ਼ੁਰੂ ਕਰ ਦਿੱਤੀ, ਕਿਸਾਨ ਨੇ ਮੰਡੀ ਵੱਲ ਨੂੰ ਲੈ ਕੇ ਗਿਆ, ਅਗਲੇ ਬੰਨੇ ਉਹਨੂੰ ਪ੍ਰਾਈਵੇਟ ਪਲੇਅਰ ਮੰਡੀ ਦੇ ਬਾਹਰ ਮਿਲਦਾ ਆ, ਜਦ ਕਿ ਪਹਿਲਾਂ ਕੀ ਸੀ ਕਿ ਮੰਡੀ ਦੇ ਅੰਦਰ ਤੋਂ ਹੀ ਖਰੀਦ ਸਕਦਾ ਇੱਕ ਵਪਾਰੀ, ਹੁਣ ਉਹ ਖਤਮ ਕਰ ਦਿੱਤੀ ਗਈ ਕੰਡੀਸ਼ਨ। ਜਦੋਂ ਮੰਡੀ ਦੇ ਅੰਦਰ ਜਾਣ ਦੀ ਜ਼ਰੂਰਤ ਨਹੀਂ ਪਈ ਕਿਸਾਨ ਨੂੰ, ਅੱਜ ਮੰਡੀ ਦੇ ਅੰਦਰ ਰੇਟ ਆ 1900 ਰੁਪਈਆ, ਜਦ ਕਿ 164 ਰੁਪਈਆ ਪਰ ਕੁਇੰਟਲ ਉਹਨੂੰ ਜਿਹੜਾ ਆੜ੍ਹਤੀਆ ਜਿਹੜਾ ਮੰਡੀ ਦੇ ਅੰਦਰ ਖਰੀਦਦਾ ਉਹਦਾ ਟੈਕਸ ਲੱਗਦਾ ਹੈ, ਜਿਹੜਾ ਟੈਕਸ ਜਾ ਕੇ RDF ਤੌਰ 'ਤੇ, ਰੂਰਲ ਡਿਵੈਲਪਮੈਂਟ ਫੰਡ ਤੌਰ 'ਤੇ ਜਮ੍ਹਾਂ ਹੁੰਦਾ ਹੈ ਸਰਕਾਰ ਦੇ ਖਾਤੇ ਦੇ ਵਿੱਚ, ਤੇ ਉਹਨੂੰ ਸਾਡੀਆਂ ਪਿੰਡਾਂ ਦੀਆਂ ਲਿੰਕ ਸੜਕਾਂ ਬਣਨ ਵਾਸਤੇ ਸਰਕਾਰ ਵਰਤਦੀ ਹੈ। ਹੁਣ ਉਹ 164 ਰੁਪਏ RDF ਉਹਦਾ ਖਤਮ ਹੋ ਗਿਆ, ਉਹਨੂੰ ਜ਼ਰੂਰਤ ਨਹੀਂ ਪਈ, ਹੁਣ 164 ਰੁਪਏ ਤੇ ਉਹਨੂੰ ਸਿੱਧੇ ਬਚ ਰਹੇ ਆ ਵਪਾਰੀ ਨੂੰ, ਪ੍ਰਾਈਵੇਟ ਪਲੇਅਰ ਨੂੰ ਬਾਹਰ। ਬਾਕੀ ਉਹਨੂੰ ਖਰੀਦਦਾਰੀ ਵਾਸਤੇ ਲਾਇਸੈਂਸ ਦੀ ਕੋਈ ਲੋੜ ਨਹੀਂ, ਸਿਰਫ ਉਹਦੇ ਕੋਲ ਪੈਨ ਕਾਰਡ ਚਾਹੀਦਾ ਜਾਂ ਆਧਾਰ ਕਾਰਡ ਚਾਹੀਦਾ, ਜੋ ਕਿ ਆਮ ਚੀਜ਼ ਹੈ। ਉਸ ਬੰਦੇ ਨੇ ਮੰਡੀ ਦੇ ਨਾਲੋਂ 50 ਰੁਪਏ ਵੱਧ ਰੇਟ ਦੇਵੇਗਾ ਕਿਸਾਨ ਨੂੰ, ਮੰਡੀ ਦੇ ਵਿੱਚ ਮਿਲਿਆ 1900, ਕਿਸਾਨ ਨੂੰ ਬਾਹਰ ਮਿਲ ਗਿਆ 1950। ਹੁਣ ਕਿਸਾਨ ਨੇ, ਕਿਉਂਕਿ ਅਸੀਂ ਇਨਸਾਨੀ ਸੁਭਾਅ ਦੇ ਵਿੱਚ ਲਾਲਚ, ਕਿਸਾਨ ਨੇ ਸੋਚਣਾ ਕਿ ਮੇਰਾ 5-10 ਹਜ਼ਾਰ ਰੁਪਏ ਇੱਕ ਕਿੱਲੇ ਪਿੱਛੇ ਮੈਨੂੰ ਵੱਧ ਮਿਲ ਰਿਹਾ, ਉਹਨੇ ਆਪਣੀ ਫਸਲ ਉਹਨੂੰ ਦੇ ਦਿੱਤੀ। ਹੁਣ ਕੀ ਹੋਏਗਾ, ਲਗਾਤਾਰ 3-4 ਸਾਲ ਤੇ ਇਦਾਂ ਦਵੇਗਾ ਪ੍ਰਾਈਵੇਟ ਪਲੇਅਰ। ਸਰਕਾਰ ਕੀ ਕਰੇਗੀ, ਮੰਡੀਆਂ ਨਾਲ ਜੋ ਕੀਤਾ, ਜੋ ਸਕੂਲਾਂ ਨਾਲ ਕੀਤਾ, ਕਿ ਸਕੂਲਾਂ ਸਰਕਾਰੀ 'ਚ ਬੱਚੇ ਆ ਨਹੀਂ ਰਹੇ, ਇਸ ਕਰਕੇ ਅਸੀਂ ਕੀ ਕਰ ਰਹੇ ਹਾਂ, ਸਕੂਲ ਬੰਦ ਕਰ ਰਹੇ ਹਾਂ। ਸਰਕਾਰ ਨੇ ਕਹਿਣਾ ਕਿ ਪ੍ਰਾਈਵੇਟ ਜਿਹੜੇ ਮੰਡੀ ਹੈ ਜਿਹੜੀ ਸਰਕਾਰੀ, ਉਹਦੇ ਵਿੱਚ ਆ ਨਹੀਂ ਰਿਹਾ ਕਿਸਾਨ ਫਸਲ ਲੈ ਕੇ, ਇਸ ਚੀਜ਼ ਕਰਕੇ ਮੰਡੀਆਂ ਖਾਲੀ ਪਈਆਂ, ਅਸੀਂ ਇਹ ਬੰਦ ਕਰਨ ਜਾ ਰਹੇ ਹਾਂ। ਜਿਸ ਦਿਨ ਮੰਡੀਆਂ ਬੰਦ ਹੋ ਗਈਆਂ ਉਸ ਦਿਨ ਪ੍ਰਾਈਵੇਟ ਪਲੇਅਰ ਕਹੇਗਾ, ਜਿਹੜਾ ਸਾਨੂੰ 1950 ਦਿੰਦਾ ਸੀ, ਉਹ ਕਹੇਗਾ ਕਿ ਸਾਡੇ ਕੋਲ 900 ਲੈਣਾ ਤੇ ਲਓ, ਨਹੀਂ ਤਾਂ ਜਿੱਥੇ ਤੁਸੀਂ ਫਸਲ ਵੇਚਣਾ ਚਾਹੋ ਉੱਥੇ ਵੇਚ ਸਕਦੇ ਜੇ। ਐਗਜ਼ਾਮਪਲ ਮੈਂ ਦੇਵਾਂਗਾ ਇੱਥੇ ਬਿਹਾਰ ਦੀ। ਬਿਹਾਰ ਦੇ ਵਿੱਚ 2006 ਦੇ ਵਿੱਚ ਐਕਟ ਲਾਗੂ ਹੋਇਆ, ਇਵੇਂ ਦਾ ਸੇਮ ਐਕਟ ਲਾਗੂ ਹੋਏ। ਅੱਜ ਬਿਹਾਰ ਦੇ ਵਿੱਚੋਂ 900 ਰੁਪਏ ਨੂੰ ਝੋਨਾ ਖਰੀਦ ਕੇ ਪੰਜਾਬ ਦੇ ਵਿੱਚ ਉਹੀ ਝੋਨਾ ਲਿਆ ਕੇ 1900 ਨੂੰ ਵੇਚਿਆ ਜਾ ਰਿਹਾ। ਉੱਥੇ ਕਿਉਂ ਵੇਚਿਆ ਜਾ ਰਿਹਾ? ਕਿਉਂਕਿ ਉੱਥੇ ਮੰਡੀ ਨਹੀਂ ਹੈਗੀ, ਉੱਥੇ APMC ਉਹ ਜਿਹੜੇ ਮੰਡੀ ਕਰਨੇ ਆ ਉਹ ਤੋਂ ਖਤਮ ਹੋ ਚੁੱਕਾ। ਇਵੇਂ ਹੀ ਪੰਜਾਬ ਦੇ ਹਾਲਾਤ ਹੋਣਗੇ, ਇੱਥੋਂ ਵੀ ਝੋਨਾ ਫਿਰ ਸਸਤੇ ਰੇਟ ਖਰੀਦਣਗੇ ਅੰਬਾਨੀ ਅਡਾਨੀ, ਬਾਹਰ ਐਕਸਪੋਰਟ ਕਰਨਗੇ, ਤੇ ਜਿਹੜੇ ਫਾਰਮਰ ਦੀ ਆ ਉਹ ਲੁੱਟ ਹੋਏਗੀ। ਹੁਣ ਤੀਜਾ ਬਿੱਲ ਜਿਹੜਾ ਐਸੈਂਸ਼ੀਅਲ ਕਮੋਡਿਟੀ ਐਕਟ ਅਮੈਂਡਮੈਂਟ ਕੀਤੀ ਆ, ਉਹਦੇ ਵਿੱਚ ਪਹਿਲਾਂ ਕੀ ਸੀ ਕਿ ਕੁਝ ਜ਼ਰੂਰੀ ਵਸਤੂਆਂ ਸੀਗੀਆਂ ਜਿਹੜੀਆਂ ਉਹਨਾਂ ਦੇ ਉੱਤੇ ਇੱਕ ਕੈਪ ਸੀ ਕਿ ਇੱਕ ਜੋ ਵਪਾਰੀ ਆ ਉਹ ਸਟਾਕ ਉਹਦਾ ਭੰਡਾਰਨ
ਇੱਕ ਮਿਕਦਾਰ ਇੰਨੇ ਕੁਇੰਟਲ ਤੋਂ ਵੱਧ ਮਿਕਦਾਰ ਤੋਂ ਭੰਡਾਰਨ ਨਹੀਂ ਕਰ ਸਕਦਾ, ਉਹਦੇ ਤੇ ਰੋਕ ਸੀ। ਜੇ ਉਹ ਕਰਦਾ ਸੀ ਉਹਦੇ ਤੇ ਜੁਰਮਾਨਾ ਹੁੰਦਾ ਸੀ, ਉਹਨੂੰ ਜੇਲ੍ਹ ਹੁੰਦੀ ਸੀ, ਪਰਚਾ ਹੁੰਦਾ ਸੀ। ਉਹ ਐਕਟ ਇਹਨਾਂ ਨੇ ਉਹਦੇ ਵਿੱਚੋਂ ਖਤਮ ਕਰ ਦਿੱਤੀ ਚੀਜ਼। ਹੁਣ ਉਹ ਖਤਮ ਕਰਨ ਦੇ ਨਾਲ ਅੱਜ ਅੰਬਾਨੀ ਆ ਕੇ ਜਾਂ ਕੋਈ ਵੱਡਾ ਕਾਰਪੋਰੇਟ ਆ ਕੇ ਪੂਰੇ ਪੰਜਾਬ ਦਾ ਪਿਆਜ਼ ਇੱਕ ਬੰਦਾ ਮੰਨ ਲਓ ਚੱਕ ਲਵੇ, ਉਸ ਤੋਂ ਬਾਅਦ ਵਿੱਚ ਕੀ ਹੋਇਆ, ਉਹ ਨਕਲੀ ਕਿੱਲਤ ਪੈਦਾ ਕਰੇਗਾ ਉਸ ਚੀਜ਼ ਦੀ। ਜਦੋਂ ਨਕਲੀ ਕਿੱਲਤ ਪੈਦਾ ਹੋਈ, ਜਿਹੜੇ ਬਾਜ਼ਾਰ ਦੇ ਵਿੱਚ ਕੀਮਤਾਂ ਹੋਣਗੀਆਂ ਉਸ ਚੀਜ਼ ਦੀਆਂ, ਪਿਆਜ਼ ਦੀਆਂ, ਉਹ ਅਸਮਾਨ ਛੂਹਣਗੀਆਂ ਥੋੜ੍ਹੀ ਦੇਰ ਦੇ ਵਿੱਚ ਹੀ, ਕੋਈ 10-15 ਦਿਨ ਦੇ ਵਿੱਚ। ਜਿਸ ਦਿਨ ਉਹ ਕੀਮਤਾਂ ਅਸਮਾਨ ਛੂਹ ਗਈਆਂ, ਅਗਲਾ ਆਪਣਾ ਫਿਰ ਮਾਰਕੀਟ ਦੇ ਵਿੱਚ ਪਿਆਜ਼ ਸੁੱਟਣਾ ਸਟਾਰਟ ਕਰੇਗਾ ਤੇ ਫਿਰ ਆਪਣੇ ਮੂੰਹ ਮੰਗੀ ਕੀਮਤ ਦੇ ਉੱਤੇ ਲੋਕਾਂ ਨੂੰ ਵੇਚੇਗਾ। ਇਸ ਚੀਜ਼ ਕਰਕੇ ਇਹ ਪ੍ਰੋਡਿਊਸਰ ਤੋਂ ਲੈ ਕੇ ਕੰਜ਼ਿਊਮਰ ਤੱਕ ਨੂੰ ਇਫੈਕਟ ਕਰਨਗੀਆਂ ਇਹ ਚੀਜ਼ਾਂ। ਕੋਈ ਵੀ ਇਹਦੇ ਵਿੱਚ ਸੁਰੱਖਿਅਤ ਨਹੀਂ ਹੈਗਾ, ਚਾਹੇ ਉਹ ਇੱਕ ਖਪਤਕਾਰ ਆ ਤੇ ਚਾਹੇ ਉਹ ਪੈਦਾ ਕਰਨ ਵਾਲਾ ਆਪਣਾ ਕਿਸਾਨ ਆ। ਤੁਸੀਂ ਕਾਫੀ ਦਿਨਾਂ ਤੋਂ ਦਿੱਲੀ ਗਏ ਹੋ ਤੇ ਤੁਹਾਡਾ ਉੱਥੇ ਕੀ ਐਕਸਪੀਰੀਅੰਸ ਰਿਹਾ? ਤੇ ਇੱਕ ਮੇਰਾ ਆਖਰੀ ਸਵਾਲ ਇਹ ਹੈ ਵੀ ਰੱਦ ਹੋਣਾ ਚਾਹੀਦਾ ਇਹ ਕਾਨੂੰਨ ਜਾਂ ਇਹਦੇ ਵਿੱਚ ਸੋਧ ਹੋਣੀ ਚਾਹੀਦੀ? ਦੇਖੋ ਜੀ, ਦਿੱਲੀ ਜਾ ਕੇ ਸਾਡਾ ਤਜਰਬਾ ਜੀ, ਜੋ ਅਸੀਂ ਇੱਥੋਂ ਸੋਚ ਕੇ ਗਏ ਸੀ ਕਿ ਸਾਨੂੰ ਐਵੇਂ ਦੀਆਂ ਕਿੱਲਤਾਂ ਆ ਸਕਦੀਆਂ, ਜੋ ਸਰਕਾਰ ਵੱਲੋਂ ਸੋਚ ਕੇ ਗਏ ਸੀ ਕਿ ਮੁਸ਼ਕਲਾਂ ਆ ਸਕਦੀਆਂ, ਉਹ ਤੇ ਆਈਆਂ ਜੀ। ਉਹਨਾਂ ਦੇ ਵਿੱਚ ਤਾਂ ਕੋਈ ਸ਼ੱਕ ਨਹੀਂ। ਸਰਕਾਰ ਨੇ ਸਾਨੂੰ ਬੈਰੀਕੇਡ ਦਾ ਲੋਕਾਂ ਵੀ ਤੋੜ ਕੇ ਜਾਣਾ ਪਿਆ, ਸਾਨੂੰ ਪੁਲਿਸ ਦੇ ਨਾਲ ਬਹਿਸ ਵਸਾਈ ਕਰਕੇ, ਉਹਨਾਂ ਦੇ ਨਾਲ ਜੱਦੋਜਹਿਦ ਕਰਕੇ ਸਾਨੂੰ ਆਪਣੇ ਟਿਕਾਣੇ ਤੇ ਪਹੁੰਚਣਾ ਪਿਆ ਚੋਰ ਰਸਤਿਆਂ ਦੇ ਵਿੱਚ ਦੀ। ਪਰ ਜੋ ਉੱਥੇ ਜਾ ਕੇ ਦਿੱਲੀ ਦੀ ਲੋਕਲ ਜਨਤਾ ਵੱਲੋਂ ਸਾਨੂੰ ਪਿਆਰ ਮਿਲਿਆ, ਜੋ ਅਸੀਂ ਸੋਚ ਕੇ ਗਏ ਸੀ ਕਿ ਅਸੀਂ 6-6 ਮਹੀਨੇ ਦਾ ਰਾਸ਼ਨ ਲੈ ਕੇ ਚੱਲੇ ਹਾਂ, ਅਸੀਂ ਪਾਣੀ ਦੇ ਟੈਂਕਰ ਨਾਲ ਲੈ ਕੇ ਗਏ ਸੀ। ਤੇ ਤੁਹਾਨੂੰ ਸੁਣ ਕੇ ਹੈਰਾਨੀ ਹੋਏਗੀ ਕਿ ਅੱਜ ਤੱਕ ਅਸੀਂ ਉੱਥੇ 10 ਦਿਨ ਹੋ ਗਏ, 12 ਦਿਨ ਉੱਥੇ ਗਿਆ ਨੂੰ, ਪਰ ਅਸੀਂ ਆਪਣੇ ਡੱਬੇ ਜਿਹੜੇ ਆ, ਅਚਾਰ ਵਾਲੇ ਡੱਬੇ ਨੂੰ ਵੀ ਕਿਸੇ ਨੂੰ ਖੋਲ੍ਹ ਕੇ ਨਹੀਂ ਵੇਖਿਆ। ਸਾਡੇ ਉੱਥੇ ਕੋਲ ਖਾਣ ਪੀਣ ਵਾਲੀਆਂ ਚੀਜ਼ਾਂ ਦੇ, ਪਾਣੀ ਦੇ ਸਾਡੇ ਭੰਡਾਰ ਲੱਗੇ ਹੋਏ ਆ। ਸਾਨੂੰ ਉੱਥੇ ਜਨਤਾ ਨੇ ਇੰਨਾ ਪਿਆਰ ਦਿੱਤਾ ਕਿ ਸਾਨੂੰ ਸਮਝ ਨਹੀਂ ਆਉਂਦੀ ਕਿ ਸਾਡੇ ਕੁਝ ਲੋਕ ਐਵੇਂ ਦੇ, ਉਹ ਕਹਿੰਦੇ ਕਿ ਜੇ ਸਾਡਾ ਬਿੱਲ ਰੱਦ ਹੋ ਵੀ ਜਾਂਦੇ ਅੱਜ, ਤੇ ਸਾਡਾ ਫਿਰ ਵੀ ਨਹੀਂ ਦਿਲ ਕਰਨਾ ਇੱਥੋਂ ਵਾਪਸੀ ਕਰਨ ਵਾਸਤੇ। ਇਸ ਚੀਜ਼ ਕਰਕੇ ਜਨਤਾ ਨੇ ਬਹੁਤ ਪਿਆਰ ਦਿੱਤਾ। ਗੱਲ ਰਹੀ ਬਿੱਲ ਰੱਦ ਕਰਨ ਦੀ, ਸਰਕਾਰ ਨੂੰ ਬਿੱਲ ਰੱਦ ਕਰਨੇ ਪੈਣਗੇ, ਇਹ ਤਾਂ ਪਹਿਲੀ ਸ਼ਰਤ ਆ। ਨੰਬਰ 2, ਅਗਲੀ ਸ਼ਰਤ ਇਹ ਆ ਕਿ ਉਹਨਾਂ ਨੂੰ MSP ਪੂਰੇ ਹੁਣ ਦੇਸ਼ ਦੇ ਉੱਤੇ ਲਾਗੂ ਕਰਨੀ ਪਏਗੀ। ਅੱਗੇ ਕੀ ਸੀਗਾ, ਪੰਜਾਬ ਦੀਆਂ ਜਥੇਬੰਦੀਆਂ ਸਿਰਫ ਸੰਘਰਸ਼ ਦੇ ਵਿੱਚ ਸੀ, ਫਿਰ ਹਰਿਆਣੇ ਦੀਆਂ ਜਥੇਬੰਦੀਆਂ ਨਾਲ ਆਈਆਂ। ਅੱਜ ਸਾਡੇ ਕੋਲ ਉੱਥੇ 13 ਸਟੇਟਾਂ ਤੋਂ ਲਗਭਗ ਕੋਈ 400 ਤੋਂ ਉੱਪਰ ਜਥੇਬੰਦੀਆਂ ਸਾਨੂੰ ਮੰਗ ਜਿਹੜਾ ਹੈਗਾ ਸਮਰਥਨ ਪੱਤਰ ਦੇ ਚੁੱਕੀਆਂ, ਔਰ 507 ਜਥੇਬੰਦੀਆਂ ਸਾਡੇ ਨਾਲ ਸੰਘਰਸ਼ ਦੇ ਵਿੱਚ ਸ਼ਾਮਲ ਨੇ। ਅਸੀਂ ਅੱਜ ਉਹਨਾਂ ਦੀ ਸ਼ਰਤ, ਉਹਨਾਂ ਦੇ ਵਾਸਤੇ ਵੀ ਅਸੀਂ ਆਪਣਾ ਇਹ ਲੜਾਈ ਅੱਗੇ ਲੈ ਕੇ ਜਾਵਾਂਗੇ। ਉਹਨਾਂ ਵਾਸਤੇ ਵੀ ਕੋਸ਼ਿਸ਼ ਕਰਾਂਗੇ ਕਿ MSP ਪੂਰੇ ਭਾਰਤ ਵਿੱਚ ਲਾਗੂ ਹੋ ਜੇ। ਹਰਿਆਣੇ ਦੇ ਵਿੱਚ ਹੈ, ਪੰਜਾਬ ਦੇ ਵਿੱਚ ਆਲਰੇਡੀ ਹੈ। ਜਿਹੜੇ ਯੂਪੀ ਬਿਹਾਰ, ਜਿਹੜੇ ਕਿਸਾਨੀ ਜਿੱਥੇ ਮਰ ਰਿਹਾ, ਜਿਹੜਾ ਯੂਪੀ ਦਾ ਜਾਂ ਬਿਹਾਰ ਦਾ 5-6 ਕਿੱਲੇ ਵਾਲਾ ਕਿਸਾਨ ਪੰਜਾਬ ਦੇ 2 ਕਿੱਲੇ ਵਾਲੇ ਕਿਸਾਨ ਦੀ ਆਣ ਕੇ ਲੇਬਰ ਕਰ ਰਿਹਾ, ਉਹ ਆਪਣੀ ਸਟੇਟ ਵਿੱਚ ਰਹਿ ਕੇ ਉੱਥੇ ਕਮਾਈ ਕਰੇ, ਆਪਣੀ ਜ਼ਿੰਦਗੀ ਵਧੀਆ ਬਸਰ ਕਰੇ। ਇੱਥੇ ਸਾਡੇ ਬੱਚਿਆਂ ਨੂੰ ਵੀ ਕਾਰੋਬਾਰ ਮਿਲੇ, ਉਹਨਾਂ ਨੂੰ ਉੱਥੇ ਕਾਰੋਬਾਰ ਮਿਲੇ, ਤਾਂ ਕਿ ਸਾਰੇ ਖੁਸ਼ੀ ਰਹਿਣ। ਇਸ ਚੀਜ਼ ਕਰਕੇ ਸਰਕਾਰ ਨੂੰ ਬਿੱਲ ਰੱਦ ਕਰਨੇ ਪੈਣਗੇ। ਜੇ ਰੱਦ ਨਹੀਂ ਕਰਦੇ ਤਾਂ ਫਿਰ ਜੇ ਉਹ ਕਹਿੰਦੇ ਆ ਕਿ ਅਸੀਂ ਇਹਨਾਂ ਦੇ ਵਿੱਚ ਸੋਧ ਕਰਾਂਗੇ, ਤੇ ਸੋਧ ਦੇ ਨਾਂ ਦੇ ਉੱਤੇ ਅਸੀਂ ਸੋਧ ਫਿਰ ਇਸ ਤਰੀਕੇ ਦੀ ਉਹਨਾਂ ਨੂੰ ਪੇਸ਼ ਕਰ ਦਾਂਗੇ ਕਿ ਸਾਰੀਆਂ ਚੀਜ਼ਾਂ ਵਿੱਚੋਂ ਕੱਟੀਆਂ ਜਾਣਗੀਆਂ, ਵਿੱਚ ਸਿਰਫ ਕੌਮੇ ਬਿੰਦੀਆਂ ਰਹਿ ਜਾਣਗੀਆਂ। ਫਿਰ ਉਸ ਨੂੰ ਸੋਧ ਕਹਿ ਕੇ ਸਵੀਕਾਰ ਕਰ ਲੈਣ। ਜੇ ਰੱਦੀ ਦਾ ਨਾਮ ਨਹੀਂ ਦੇਣਾ, ਫਿਰ ਉਸ ਨੂੰ ਸੋਧ ਦਾ ਨਾਮ ਦੇ ਕੇ, ਮਤਲਬ ਕਹਿਣ ਤੋਂ ਇਹ ਕਿ ਬਿੱਲ ਪੂਰੇ ਤਰੀਕੇ ਦੇ ਨਾਲ ਖਤਮ ਹੋਣਗੇ, ਤੇ ਤਾਂ ਇਹ ਜੋ ਤਾਂ ਕਹਿ ਸਕਦੇ ਹਾਂ ਕਿ ਸਰਕਾਰ ਹੈ ਜਿਹੜੀ ਉਹ ਲੋਕਾਂ ਦੇ ਮਸਲੇ ਹੱਲ ਕਰਨ ਵਾਸਤੇ ਸੁਹਿਰਦ ਆ। ਅਦਰਵਾਈਜ਼ ਵੈਸੇ ਇਹ ਨਾਲ 2 ਐਕਟ ਹੋਰ ਨੇ, ਇੱਕ ਪਰਾਲੀ ਵਾਲਾ ਐਕਟ ਵੀ ਆ, ਨਾਲ ਜਿਹੜਾ ਇੱਕ ਬਿਜਲੀ ਐਕਟ ਵੀ ਆ 2002, ਉਹਨਾਂ ਦੇ ਉੱਤੇ ਵੀ ਸਰਕਾਰ ਦੇ ਨਾਲ ਗੱਲ ਚੱਲ ਰਹੀ ਆ। ਪਰ ਉਹ ਮਸਲੇ ਖੌਫਨਾਕ ਜ਼ਰੂਰ ਨੇ, ਪਰ ਇਹਨਾਂ ਦੇ ਨਾਲੋਂ ਘੱਟ ਖੌਫਨਾਕ ਨੇ। ਉਹ ਅਸੀਂ ਜਦੋਂ ਆਹ ਮਸਲੇ ਹੱਲ ਹੋ ਜਾਂਦੇ ਆ, ਉਹ ਅਸੀਂ ਜਿਵੇਂ ਜਨਤਾ ਅਸਲੀ ਪਾਵਰ ਆ, ਜਨਤਾ ਅਸਲੀ ਤਾਕਤ ਆ, ਸਰਕਾਰ ਦੀ ਬਾਂਹ ਮਰੋੜ ਕੇ ਉਹ ਵੀ ਮਸਲੇ ਜਿਹੜੇ ਉਹ ਹੱਲ ਕਰਵਾਏ ਜਾਣਗੇ। ਇਹ ਸਿਰਫ ਇੱਕ ਸ਼ੁਰੂਆਤ ਆ ਸਾਡੀ ਸਮਾਜ ਦੀ ਹੋਂਦ ਨੂੰ ਬਚਾਉਣ ਦੀ ਲੜਾਈ ਦੀ। ਅਗਲੇ ਬੰਨੇ ਜੋ ਅੱਜ ਤੱਕ ਸਰਕਾਰਾਂ ਨੇ ਧੱਕੇ ਕੀਤੇ ਆ, ਉਹਨਾਂ ਸਾਰਿਆਂ ਧੱਕਿਆਂ ਦਾ ਸਰਕਾਰਾਂ ਕੋਲੋਂ ਹਿਸਾਬ ਲਊਗੀ ਜਨਤਾ। ਜਨਤਾ ਹੁਣ ਜਾਗ ਚੁੱਕੀ ਹੈ ਜੀ। ਇੰਨੀਆਂ ਮੀਟਿੰਗਾਂ ਹੋ ਚੁੱਕੀਆਂ ਨੇ, ਸਾਰੀਆਂ ਬੇਸਿੱਟਾ ਨਿਕਲੀਆਂ ਨੇ। ਹੁਣ ਕੀ ਉਮੀਦ ਹੈ ਕਿ ਜਿਹੜੀ ਹੁਣ ਨਵੀਂ ਮੀਟਿੰਗ ਦੀ ਟਾਈਮ ਇਹਨਾਂ ਦਿੱਤਾ ਸਰਕਾਰ ਨੇ, ਉਹ ਕੁਝ ਹੱਲ ਹੋ ਸਕਦਾ ਉਸ 'ਤੇ, ਜਾਂ ਫਿਰ ਅਜੇ ਵੀ ਸਰਕਾਰ ਉੱਥੇ ਆਪਣੇ ਬਿਨਾਂ ਗੱਲ ਤੋਂ, ਮਤਲਬ ਆਕੜ ਕਹਿ ਸਕਦੇ ਹਾਂ, ਜਾਂ ਬਿਨਾਂ ਗੱਲ ਤੋਂ ਆਪਣੀ ਬੇਵਜ੍ਹਾ ਦੀ ਸਥਿਤੀ ਦੇ ਪਰੇਸ਼ਾਨੀ ਦੇਣ ਵਾਸਤੇ ਜਨਤਾ ਨੂੰ ਜਾਂ ਕਿਸਾਨਾਂ ਨੂੰ ਮਤਲਬ ਇਸ ਮੁੱਦੇ 'ਤੇ ਅੜੀ ਹੋਈ ਹੈ? ਦੇਖੋ ਜੀ, ਜੋ ਮੀਟਿੰਗਾਂ ਦੀ ਗੱਲ ਆਪਾਂ ਕਰਦੇ ਹਾਂ, ਸਾਡੀ ਜੋ ਜਥੇਬੰਦੀ ਸੀ, ਸਾਡੀ ਜਥੇਬੰਦੀ ਨੇ ਅੱਜ ਤੱਕ ਦੀਆਂ, ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਸ਼ਾਇਦ, ਕਿ ਸਾਰੀਆਂ ਮੀਟਿੰਗਾਂ ਦਾ ਬਾਈਕਾਟ ਕੀਤਾ ਸੀ। ਇੱਕ ਵੀ ਮੀਟਿੰਗ 'ਚ ਅੱਜ ਤੱਕ ਸਾਡੀ ਜਥੇਬੰਦੀ ਸ਼ਾਮਲ ਨਹੀਂ ਹੋਈ। ਇੱਥੋਂ ਤੱਕ ਜੋ ਲਾਸਟ ਸਾਡੀ ਹੋਈ ਹੈ ਮੀਟਿੰਗ, 5 ਤਰੀਕ ਦੀ ਮੀਟਿੰਗ ਹੋਈ ਆ, ਸਾਡੀ ਜਥੇਬੰਦੀ ਨੇ ਉਹਦਾ ਬਾਈਕਾਟ ਕੀਤਾ ਸੀ।
ਇੱਥੇ ਜਦੋਂ ਪੰਜਾਬ ਵਿੱਚ ਇਹ ਸਿਲਸਿਲਾ ਚੱਲਦਾ ਸੀ, ਮੀਟਿੰਗਾਂ ਦੇ ਵਾਸਤੇ ਕਾਲ ਆਉਂਦੀ ਸੀ, ਸਾਡੇ ਕਹਿੰਦੇ ਸੀ ਕਿ ਤੁਸੀਂ ਹਰਿਆਣੇ ਦੀਆਂ ਜਥੇਬੰਦੀਆਂ ਜੋ ਸਟਰਗਲ ਕਰ ਰਹੀਆਂ, ਨਾਲ ਸੰਘਰਸ਼ ਕਰ ਰਹੀਆਂ, ਉਹਨਾਂ ਨੂੰ ਨਾਲ ਬੁਲਾਓ। ਉਹ ਨਹੀਂ ਸੀ ਬੁਲਾ ਰਹੇ। ਸਰਕਾਰ ਪਾੜੋ ਤੇ ਰਾਜ ਕਰੋ ਦੀ ਨੀਤੀ ਤੇ ਕੰਮ ਕਰ ਰਹੀ ਸੀ, ਪਰ ਅੱਜ ਹਰਿਆਣੇ ਨੂੰ ਨਾਲ ਬੁਲਾ ਰਹੇ ਆ। ਉਹਦੇ ਬਾਅਦ ਵਿੱਚ ਹੁਣ ਜਿਹੜੀਆਂ ਬਾਕੀ 507 ਜਥੇਬੰਦੀਆਂ ਨੇ ਆਪਣੀਆਂ ਸੰਘਰਸ਼ ਦੇ ਵਿੱਚ, ਹੁਣ ਸਾਨੂੰ ਉਹਨਾਂ ਦੇ ਨਾਲੋਂ ਭਾਰਤ ਦੀਆਂ ਬਾਕੀ ਜਥੇਬੰਦੀਆਂ ਨੂੰ ਪਾੜਨ ਦਾ ਕੰਮ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਚੀਜ਼ ਕਰਕੇ ਇਹ ਦੇਖਣਾ ਪਏਗਾ ਕਿ ਲੜਾਈ ਇਕੱਲੇ ਪੰਜਾਬ ਦੀ ਨਹੀਂ, ਕਿਸਾਨ ਇਕੱਲਾ ਪੰਜਾਬੀ ਨਹੀਂ, ਕਿਸਾਨ ਬਾਕੀ ਦੇਸ਼ ਦਾ ਵੀ ਹੈ, ਕਿਸਾਨ ਯੂਪੀ ਦਾ ਵੀ ਹੈ, ਕਿਸਾਨ ਹਿਮਾਚਲ ਦਾ ਵੀ ਹੈ, ਕਿਸਾਨ ਹਰਿਆਣੇ ਦਾ ਵੀ ਹੈ, ਸਾਰੀਆਂ ਸਟੇਟਾਂ ਦੇ ਕਿਸਾਨ ਨੇ। ਇਸ ਚੀਜ਼ ਕਰਕੇ ਸਾਂਝੀ ਲੜਾਈ ਆ ਤੇ ਸਾਂਝੇ ਤੌਰ ਤੇ ਇਹਨੂੰ ਲੜਿਆ ਜਾਊਗਾ ਤੇ ਸਾਂਝੇ ਰਿਜ਼ਲਟ ਨਿਕਲਣਗੇ ਸਾਰਿਆਂ ਵਾਸਤੇ। ਹੁਣ ਇਸ ਚੀਜ਼ ਨੂੰ ਦੇਖਦੇ ਹੋਏ ਸਰਕਾਰ ਬਿੱਲ ਰੱਦ ਕਰੇਗੀ, ਇਹ ਹੁਣ ਬਾਕੀ ਜਨਤਾ ਦਾ ਪ੍ਰੈਸ਼ਰ ਹੈ ਜੀ। ਸਰਕਾਰ ਨੂੰ ਬਿੱਲ ਰੱਦ ਕਰਨੇ ਪੈਣਗੇ। ਮੀਟਿੰਗਾਂ ਦੇ ਦੌਰ ਚੱਲਦੇ ਆ, ਪਿੱਛੋਂ ਚੱਲਦੇ ਆਏ ਆ। ਸਰਕਾਰ ਦੀ ਨੀਤ ਝਲਕਦੀ ਆ ਇਸ ਚੀਜ਼ ਤੋਂ ਕਿ ਸਰਕਾਰ ਨੀਤ ਨਹੀਂ ਹੈਗੀ ਸਰਕਾਰ ਦੀ ਹੱਲ ਕਰਨ ਦੀ, ਔਰ ਨੀਤ ਨਾ ਹੋਣ ਦੇ ਪਿੱਛੇ ਵਜ੍ਹਾ ਹੈਗੇ ਆ ਜਿਨ੍ਹਾਂ ਲੋਕਾਂ ਨੇ ਪ੍ਰੈਸ਼ਰ ਪਾ ਕੇ ਇਵੇਂ ਦੇ ਬਿੱਲ ਤਿਆਰ ਕਰਵਾਏ ਆ। ਜੇ ਅੱਜ ਸਰਕਾਰ ਇੰਨੀ ਜਲਦੀ ਕਹਿ ਸਕਦੇ ਜੇ ਕਿ ਅੱਜ ਉਹ ਐਕਸ਼ਨ 'ਚ ਆ ਜਾਂਦੀ ਹੈ ਸਰਕਾਰ, ਤੇ ਸਰਕਾਰ ਉਹਨਾਂ ਨੂੰ ਕੀ ਮੂੰਹ ਵਿਖਾਏਗੀ ਜਿਨ੍ਹਾਂ ਕੋਲੋਂ ਸਰਕਾਰਾਂ ਨੇ ਫੰਡ ਲੈ ਕੇ ਆਪਣੀਆਂ ਇਲੈਕਸ਼ਨਾਂ ਲੜੀਆਂ। ਅੱਜ ਉਹਨਾਂ ਨੂੰ ਵੀ ਕੁਛ ਨਾ ਕੁਛ ਸਰਕਾਰ ਉਹਨਾਂ ਸਾਹਮਣੇ ਸ਼ਰਮਿੰਦੀ ਹੁੰਦੀ ਆ। ਇਸ ਚੀਜ਼ ਕਰਕੇ ਉਹਨਾਂ ਨੂੰ ਦਿਖਾਉਣ ਵਾਸਤੇ ਕਿ ਸਾਡੇ ਉੱਤੇ ਬਹੁਤ ਪ੍ਰੈਸ਼ਰ ਆ, ਇਸ ਚੀਜ਼ ਕਰਕੇ ਸਰਕਾਰਾਂ ਥੋੜ੍ਹਾ ਟਾਲ ਮਟੋਲ ਕਰ ਰਹੀਆਂ, ਪਰ ਮੰਨਣਗੀਆਂ ਜ਼ਰੂਰ, ਕਿਉਂਕਿ ਜਨਤਾ ਨੇ ਧੌਣ ਦੇ ਉੱਤੇ ਗੋਡਾ ਰੱਖ ਲਿਆ। ਅਸੀਂ ਚੁੱਕਾਂਗੇ ਉਦੋਂ ਜਦੋਂ ਮੰਨੂਗੀ। ਬੇਸ਼ੱਕ ਅੰਬਾਨੀ ਕਵੇਗਾ ਵੀ ਆ ਕੇ ਸਰਕਾਰ ਨੂੰ, ਤੇ ਤਾਂ ਵੀ ਸਰਕਾਰ ਉਹਨਾਂ ਨੂੰ ਹੱਥ ਜੋੜੇਗੀ ਕਿ ਨਹੀਂ ਜੀ, ਜਨਤਾ ਨਾਲ ਗੋਡਾ ਸਾਡੀ ਧੌਣ ਤੇ ਆ ਗਿਆ, ਹੁਣ ਅਸੀਂ ਪਹਿਲਾਂ ਜਨਤਾ ਦੀ ਸੁਣਾਂਗੇ, ਬਾਅਦ ਵਿੱਚ ਕਾਰਪੋਰੇਟ ਦੀ ਸੁਣਾਂਗੇ। ਇੱਕ ਪਿਛਲੀ ਮੀਟਿੰਗ ਵਿੱਚ ਸੁਣਿਆ ਸੀ ਕਿ ਜਥੇਬੰਦੀਆਂ ਵੱਲੋਂ ਮੀਟਿੰਗ ਹੋਈ ਤੇ ਜਿਹੜੇ ਖੇਤੀ ਮੰਤਰੀ ਨਰਿੰਦਰ ਤੋਮਰ ਨੇ, ਉਹਨਾਂ ਦੇ ਜ਼ਬਾਨੋਂ ਇਹ ਵੀ ਨਿਕਲਿਆ ਗਿਆ ਕਿ ਜੇ ਮੈਂ ਅੱਜ ਕਾਨੂੰਨ ਰੱਦ ਕਰ ਦਿੰਦਾ ਤੇ ਜਿਹੜੇ ਅੰਬਾਨੀ, ਅਡਾਨੀ ਜਾਂ ਕਾਰਪੋਰੇਟ ਘਰਾਣੇ ਨੇ, ਕੱਲ੍ਹ ਨੂੰ ਉਹ ਮੇਰੇ ਕੋਲ ਆ ਜਾਂਦੇ ਨੇ ਤੇ ਮੈਂ ਉਹਨਾਂ ਨੂੰ ਕੀ ਜਵਾਬ ਦਾਂਗਾ। ਇਸ ਬਾਰੇ ਕੀ? ਦੇਖੋ ਜੀ, ਇਹ ਤਾਂ ਉਹ ਬਿੱਲੀ ਦੇ ਥੱਲਿਓਂ ਬਾਹਰ ਆਉਣ ਵਾਲੀ ਗੱਲ ਹੈ ਕਿ ਜਿਹੜਾ ਇੱਕ ਜੋ ਅੱਜ ਤੱਕ ਇਹਨਾਂ ਬਿੱਲਾਂ ਨੂੰ ਪਹਿਲੇ ਤੇ ਕੀ ਕਹਿ ਰਹੇ ਸੀ ਕਾਨੂੰਨਾਂ ਇਹਨਾਂ ਨੂੰ ਕਿ ਇਹਨਾਂ ਦੀ ਘਾਟ ਕੋਈ ਨਹੀਂ, ਉਹਨਾਂ ਨੇ ਆਪਣੇ ਮੂੰਹ ਤੋਂ ਮੰਨਣਾ ਸ਼ੁਰੂ ਕਰ ਦਿੱਤਾ ਕਿ ਇਹਨਾਂ ਦੇ ਵਿੱਚ ਕਮੀਆਂ ਹੈਗੀਆਂ। ਇਸ ਤੋਂ ਇਹ ਚੀਜ਼ ਸ਼ੁਰੂ ਹੋ ਜਾਂਦੀ ਹੈ ਸਾਬਤ ਹੋਣੀ ਕਿ ਕਿਸਾਨ ਜੋ ਨੇ ਇੰਨੇ ਸਮਝਦਾਰ ਹੈਗੇ ਨੇ ਕਿ ਉਹ ਬਿੱਲ ਨੂੰ ਜਾਂ ਕਿਸੇ ਕਾਨੂੰਨ ਨੂੰ ਚੰਗੀ ਤਰ੍ਹਾਂ ਜਾਣ ਕੇ ਪੜ੍ਹ ਕੇ ਉਹਦੇ ਵਿੱਚ ਜੋ ਸਰਕਾਰਾਂ ਦੀ ਬਦਨੀਤੀ ਦੇ ਨਾਲ ਕਾਨੂੰਨ ਦੇ ਵਿੱਚ ਜੋ ਘਾਟਾਂ ਇਹਨਾਂ ਨੇ ਛੱਡੀਆਂ ਸੀ, ਕਿਸਾਨ ਇੰਨਾ ਦਿਮਾਗ ਰੱਖਦੇ ਕਿ ਅਸੀਂ ਉਹਨਾਂ ਨੂੰ ਫੜ ਸਕੀਏ। ਕਿਸਾਨਾਂ ਨੇ ਫੜੇ ਇਹਨਾਂ ਨੂੰ। ਜਦੋਂ ਇਹਨਾਂ ਕੋਲ ਕੋਈ ਵਾਹ ਪੇਸ਼ ਨਹੀਂ ਚੱਲੀ, ਫਿਰ ਇਹਨਾਂ ਨੇ ਮੰਨਣਾ ਸਟਾਰਟ ਕਰ ਦਿੱਤਾ। ਹੁਣ ਮੰਨਣਗੇ। ਹੁਣ ਕਹਿ ਰਹੇ ਕਿ ਅੰਬਾਨੀ ਅਡਾਨੀ ਵੀ ਸਾਡੇ ਕੋਲ ਆਉਣਗੇ। ਤੁਸੀਂ ਜੋ ਉਹਨਾਂ ਵਾਸਤੇ ਕਾਨੂੰਨ ਗਲਤ ਬਣਾਓਗੇ, ਅਗਲਿਆਂ ਨੂੰ ਹੱਕ ਹੈ ਤੁਹਾਡੇ ਕੋਲ ਆਉਣ ਦਾ, ਅਗਲੇ ਇਸ ਦੇਸ਼ ਦੇ ਨਾਗਰਿਕ ਨੇ, ਉਹ ਆ ਜਾਣ। ਪਰ ਇਹ ਜਨਤਾ ਦਾ ਢਿੱਡ ਵੱਢ ਕੇ, ਇੱਕ ਕਿਸਾਨ ਦੇ ਹੱਕ ਮਾਰ ਕੇ ਜਦੋਂ ਤੁਸੀਂ ਦੂਜੇ ਨੂੰ ਦੇਣ ਦੀ ਕੋਸ਼ਿਸ਼ ਕਰੋਗੇ ਤੇ ਉਹਨੂੰ ਤੁਸੀਂ ਇਹ ਵਾਸਤਾ ਨਹੀਂ ਪਾ ਸਕਦੇ ਕਿ ਫਿਰ ਦੂਜਾ ਵੀ ਆਣ ਕੇ ਜਿਹਦਾ ਅੱਜ ਮੈਂ ਹੱਕ ਮਾਰ ਕੇ, ਤੁਹਾਡਾ ਹੱਕ ਮਾਰ ਕੇ ਮੈਂ ਦੂਜੇ ਨੂੰ ਦੇਣ ਲੱਗਾ, ਫਿਰ ਉਹ ਮੈਨੂੰ ਆਣ ਕੇ ਕੁਛ ਕਹੇਗਾ ਤਾਂ ਉਹਨਾਂ ਨੂੰ ਤੁਸੀਂ ਜਵਾਬ ਦਿਓਗੇ। ਜੇ ਉਹਨਾਂ ਦਾ ਹੱਕ ਵੱਢ ਕੇ ਤੁਸੀਂ ਕਿਸੇ ਨੂੰ ਦੋਗੇ ਤਾਂ ਅਸੀਂ ਆਪਣੇ ਹੱਕ ਦੀ ਗੱਲ ਕਰਦੇ ਹਾਂ। ਸਾਨੂੰ ਇਹਨਾਂ ਪਤਾ ਕਿ ਸਾਡਾ ਹੱਕ ਖੋਹ ਕੇ ਕਿਸੇ ਦੂਜੇ ਨੂੰ ਦਿੱਤਾ ਜਾ ਰਿਹਾ। ਜਦੋਂ ਤੁਸੀਂ ਉਹਨਾਂ ਦਾ ਹੱਕ ਖੋਹੋਗੇ ਫਿਰ ਉਹਨਾਂ ਨੂੰ ਤੁਸੀਂ ਜਵਾਬ ਦਿਓਗੇ। ਉਹਨਾਂ ਵਾਸਤੇ ਅਸੀਂ ਥੋੜ੍ਹੀ ਜ਼ਿੰਮੇਵਾਰ ਹਾਂ, ਇਹ ਕਿਸਾਨ ਜ਼ਿੰਮੇਵਾਰ ਹੈ। ਕਿਸਾਨ ਇਹਨਾਂ ਨੂੰ ਜਵਾਬ ਦੇ ਕੇ ਉਹਨਾਂ ਨੂੰ ਤੁਸੀਂ ਇਹ ਜਵਾਬ ਦਿਓ। ਇਸ ਚੀਜ਼ ਕਰਕੇ ਉਹ ਆਪਣਾ ਪੜ੍ਹਿਆ ਵਿਚਾਰਨ। ਕਾਨੂੰਨ ਬਣਾਉਂਦੇ ਨੇ, ਧਿਆਨ ਨਾਲ ਬਣਾਓ। ਪਹਿਲਾਂ ਇਹ ਨੌਬਤ ਨਾ ਆਵੇ ਕਿ ਜਨਤਾ ਨੂੰ ਸੜਕਾਂ ਦੇ ਉੱਤੇ ਆ ਕੇ ਤੁਹਾਡੇ ਬਾਂਹ ਮਰੋੜ ਕੇ ਤੇ ਤੁਹਾਡੇ ਨੱਕ 'ਚ ਦਮ ਕਰਕੇ ਜਨਤਾ ਨੂੰ ਵਾਪਸ ਕਰਵਾਉਣੇ ਪੈਣ। ਇਹ ਸਨ ਜੀ ਡਾਕਟਰ ਕੰਵਰਦਲੀਪ ਸਿੰਘ, ਜੋ ਕਿਸਾਨ ਸੰਘਰਸ਼ ਕਮੇਟੀ ਨਾਲ ਕਾਫੀ ਸਮੇਂ ਤੋਂ ਜੁੜੇ ਨੇ, ਤੇ ਅੱਜ ਉਹਨਾਂ ਨਾਲ ਗੱਲਬਾਤ ਕੀਤੀ। ਤੇ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਦਾ। ਤੇ ਹੋਰ ਮੁੱਦਿਆਂ ਤੇ ਤੁਸੀਂ ਦੇਖਦੇ ਰਹੋ ਪਬਲਿਕ ਪ੍ਰਾਈਮ ਟੀਵੀ। ਮੈਂ KV ਸਿੱਧੂ।